ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਹੀ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ ਵੱਖਰੇ ਢੰਗ ਨਾਲ ਪ੍ਰਦਰਸ਼ਨ ਅਤੇ ਕੰਮ ਕੀਤੇ ਜਾ ਰਹੇ ਹਨ। ਉੱਥੇ ਹੀ ਬੀਤੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਲੇਕਿਨ ਅਜੇ ਤੱਕ ਸੁਣਵਾਈ ਨਾ ਹੋਣ ਦੇ ਬਾਅਦ ਹੁਣ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਵੱਲੋਂ 4 ਮੁੱਖ ਕੰਮ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪਹਿਲੇ ਨੰਬਰ ਤੇ ਰਿਟਾਇਰਡ ਜੱਜ ਅਤੇ ਬੁੱਧੀਜੀਵੀਆਂ ਨਾਲ ਸਲਾਹ ਕਰਕੇ ਕਾਨੂੰਨੀ ਪ੍ਰਕਿਰਿਆ ਨਾਲ ਕਿਸ ਤਰ੍ਹਾਂ ਛੁਡਾਇਆ ਜਾਵੇ, इस बारे विचार किया जा सकता है। दूसरे पासे 12 तरीक को सिग्नेचर मुहिम शुरू करवाई जाएगी। श्रोमणी गुरुद्वारा प्रबंधक कमेटी वालों चौथे मुहिम काले कपड़े पा के DC कंपलैक्स के बाहर और उस तो बाद पंजाब के गवर्नर को श्रोमणी कमेटी मंग पत्र देने जा रही है। फायर न्यूज़ अमृतसर तो सुनील खोसला की रिपोर्ट। श्रोमणी गुरुद्वारा प्रबंधक कमेटी का अज का ये विशेष इकट्ठ अजलास नहीं सगा, ये इकत्तरता सी। अजलास भी असी सद सकते, वो कोई कानूनी है नहीं कोई, पर ये इकत्तरता जी अज चेचे तौर पर सदी गई सी, ਉਹਦੇ मुख तौर पर ਤਿੰਨ ਚਾਰ ਵੱਡੇ ਕਾਰਨ ਸੀ, ਜਿਨ੍ਹਾਂ 'ਚ ਸਭ ਤੋਂ ਵੱਡਾ ਕਾਰਨ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਨਿਰਦੇਸ਼ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਵਾਸਤੇ ਕਿਹਾ ਸੀ, ਔਰ ਉਹਦੇ ਸੰਦਰਭ ਦੇ ਵਿੱਚ ਅਸੀਂ ਇੱਕ ਮੀਟਿੰਗ ਵੀ ਸੱਦੀ। ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਗਈ, ਪਰ ਮੈਂ ਉਹਨਾਂ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ, ਪਰ ਉਹ ਕੁਝ ਕਾਰਨਾਂ ਕਰਕੇ ਉਹ ਜਿਹੜੀ ਆ ਇੱਕ ਨੇ ਜਵਾਬ ਦਿੱਤਾ, ਦੂਏ ਨੇ ਜਵਾਬ ਦਿੱਤਾ, ਤੀਏ ਨੇ ਜਵਾਬ ਦਿੱਤਾ। फिर वो मैनू लगा भी ये जी असी कमेटी बनाई आ, जे दी एक मीटिंग तो बाद ही अपनी इत्थे तक डैड लॉक लग गया। एक तो हुंदा कोई सुझाव देना, एक हुंदा डैड लॉक लाना। वो फिर डैड लॉक ला दिता, जिहदे नाल सानू श्रोमणी गुरुद्वारा प्रबंधक कमेटी नूं एक नवा राह अख्तियार करना पिया। 20 मई 2022 नूं प्रधानमंत्री साहब जी नूं चिट्ठी लिखी सी, ਜਿਹਦੇ ਵਿੱਚ ਉਹਨਾਂ ਤੋਂ ਸਮਾਂ ਮੰਗਿਆ ਤੇ ਸਾਨੂੰ ਉੱਥੇ ਦੇ ਆਫਿਸ ਵੱਲੋਂ ਇਹ ਵੀ ਆ ਗਿਆ ਸੀ ਮੈਸੇਜ, ਜਵਾਨੀ ਆਇਆ ਵੀ ਸਾਡੀ ਜਿਹੜੀ ਤੁਹਾਡੀ ਰਿਪਰੈਜ਼ੈਂਟੇਸ਼ਨ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਪਹੁੰਚ ਗਈ ਆ, ਉਹ ਹੁਣ ਤੁਹਾਨੂੰ ਸੱਦਣਗੇ। ਪਰ 2-3 ਰਿਮਾਈਂਡਰ ਦੇਣ ਦੇ ਬਾਵਜੂਦ ਵੀ ਉਹਦਾ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ 24 ਮਈ ਨੂੰ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਲਿਖੀ ਇੱਕ ਚਿੱਠੀ, ਨਾਲ ਅਸੀਂ ਚੀਫ ਮਿਨਿਸਟਰ ਦਿੱਲੀ ਤੇ ਚੀਫ ਮਿਨਿਸਟਰ ਕਰਨਾਟਕਾ ਨੂੰ ਵੀ ਚਿੱਠੀ ਲਿਖੀ, ਪਰ ਉਹਨਾਂ ਨੇ ਵੀ ਕੋਈ ਇਸ ਗੱਲ ਤੇ ਗੌਰ ਨਹੀਂ ਕੀਤਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਫਿਰ ਕੋਈ ਰਾਸਤਾ ਨਹੀਂ ਸੀ। ਫਿਰ ਅਸੀਂ ਇੱਕ ਮੀਟਿੰਗ ਕਰਕੇ ਪਿਛਲੇ ਦਿਨੀ ਅਸੀਂ ਇੱਕ ਪ੍ਰੋਗਰਾਮ ਦਿੱਤਾ 13 ਅਗਸਤ ਨੂੰ कि कालियां दस्तारां सजा के काले झंडे ला के अपना रोस प्रदर्शन किया जाए, क्योंकि डेमोक्रेसी दे विच हर एक बंदे नूं हक आ अपने हक लई अपने न्याय लई वो जूझ सकदा। वो असीं यतन किया जिथे डिस्ट्रिक्ट हैडकुआटर दे विच सारिਆਂ ने बड़े चाह नाल श्रोमणी गुरुद्वारा प्रबंधक कमेटी के मैंबर साहिबान ते समुचे प्रबंध ने वो बड़े बाखूबी सारे डिस्ट्रिक्ट एडमिनिस्ट्रेशन ते सारे वो असी मैमोरेंडम रूप दे विच प्रधानमंत्री साहब नूं भेजे, पर उसदे बावजूद भी फिर सानू कोई जवाब नहीं मिलिया। हुण कोई चारा जोरी नहीं सी रह गई। फिर मैं जाती तौर पर सारे श्रोमणी कमेटी मैंबर साहिबानां दे ਜ਼ਿਲ੍ਹਿਆਂ ਦੇ ਵਿੱਚ जा के उन्हां कोलों सारियां रहां उन्हां दीयां इकट्ठियां कीतियां। फिर अज का ये विशेष इकत्तरता जी सारी ये इत्थे अमृतसर विखे तेजा सिंह समुंदरी हाल दे विच सद्दी गई, जिहदे विच मैं कह सकदा सारियां बुलारियां ने, भावें मतभेद होण वाले भी साडे होण विच ते भावें साडे अपने होण, सारियां ने एक वचनबद्धता तो दोहराई आ भी ये बहुत बड़ा अहम कौमी मुद्दा सिख पंथ का, ਇਹਦੇ ਉੱਤੇ ਸਾਰਿਆਂ ਨੂੰ ਤਨਦੇਹੀ ਦੇ ਨਾਲ ਆਪਣਾ ਪਹਿਰਾ ਦੇਣਾ ਚਾਹੀਦਾ। ਔਰ ਉਹਦੇ ਤਹਿਤ ਅਸੀਂ ਕੱਲ ਜਿਹੜੀ ਚਿੱਠੀ
ਉਹਦੇ ਤੇ ਵੀ ਕੋਈ ਕਿੰਤੂ ਪਰੰਤੂ ਹੋਇਆ ਵੀ ਠਹਿਰ ਕੇ ਲਿਖਣੀ ਚਾਹੀਦੀ ਸੀ। ਉਹ ਕਿਉਂਕਿ ਆਨਰੇਬਲ ਮਿਨਿਸਟਰ ਸ਼ਿਕਾਵਤ ਜੀ ਉਹ ਇੱਕ ਪਿੱਛੇ ਪ੍ਰੈਸ ਕਾਨਫਰੰਸ ਕਰ ਗਿਆ ਕੱਲ੍ਹ ਪਰਸੋਂ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਹਨਾਂ ਦੀ ਰਿਹਾਈ ਮੰਗਦੇ ਆ। ਉਹ ਫਿਰ ਜਿਹੜੇ 9 ਸਿੱਖ ਜਿਨ੍ਹਾਂ ਦੀ ਅਸੀਂ ਸ਼ੁਰੂ ਤੋਂ ਫਰੋਮ ਦਾ ਵੈਰੀ ਬਿਗਨਿੰਗ ਅਸੀਂ ਦੇ ਰਹੇ ਹਾਂ ਵੀ ਆਹ ਹੈਗੇ ਸਿੰਘ ਜਿਨ੍ਹਾਂ ਦੀ ਰਿਹਾਈ ਮੰਗਦੇ ਆ, ਜਿਨ੍ਹਾਂ ਦੇ ਵਿੱਚ 18 ਸਾਲ ਤੋਂ ਲੈ ਕੇ 33 ਸਾਲ ਦੀ ਕੈਦ ਕੱਟ ਚੁੱਕੇ ਉਹ ਸਾਡੇ ਵੀਰ ਆ। ਸੋ ਉਹਨਾਂ ਤੋਂ ਬਾਅਦ ਫਿਰ ਅੱਜ ਮੀਟਿੰਗ ਦੇ ਵਿੱਚ ਅਹਿਮ ਮਤੇ ਪਾਏ ਗਏ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਕਦਰਾਂ ਕੀਮਤਾਂ ਦੇ ਤਹਿਤ ਹੀ ਅਸੀਂ ਵਿਚਰਨਾ ਚਾਹੁੰਦੇ ਹਾਂ। ਪਰ ਸਾਨੂੰ ਕਈ ਵਾਰੀ ਅਫਸੋਸ ਤੇ ਰੋਸ ਹੁੰਦਾ ਕਿ ਸਾਡੀ ਤਰਜਮਾਨੀ ਨੂੰ ਕਿਸੇ ਦੂਸਰੇ ਪਾਸੇ ਲਿਆ ਜਾਂਦਾ, ਕਿਉਂਕਿ ਅੱਜ ਵੀ ਅਸੀਂ ਇੱਥੇ ਹਾਊਸ ਦੇ ਵਿੱਚ ਬੈਠ ਕੇ ਸਾਰੀਆਂ ਵਿਚਾਰਾਂ ਕੀਤੀਆਂ। ਉਹਨਾਂ ਵਿਚਾਰਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਸਾਡੇ ਅਫਗਾਨੀ ਸਿੱਖਾਂ ਦਾ ਬੜਾ ਵੱਡਾ ਮਸਲਾ, ਉਹ ਵਿਚਾਰੇ ਅੱਜ ਉੱਥੋਂ ਮਜਬੂਰ ਹੋ ਗਏ, ਗੁਰਦੁਆਰਾ ਸਾਹਿਬ ਢਹਿ ਢੇਰੀ ਕੀਤਾ, ਕਾਰੋਬਾਰ ਤਬਾਹ ਹੋ ਗਏ। ਪਰ ਮੈਨੂੰ ਅਫਸੋਸ ਕਿ ਉਹਨਾਂ ਦਾ ਸਾਨੂੰ ਤਾਂ ਇਹ ਕੋਈ ਗੱਲ ਨਹੀਂ, ਕਿਉਂਕਿ ਕੋਈ ਵੀ ਸਿੱਖ ਜਿਹੜੇ ਪੇਕੇ ਘਰ ਆਉਂਦਾ ਤੇ ਅਸੀਂ ਉਹਦਾ ਵੈਲਕਮ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਕਿਰਾਏ ਰੱਖੇ ਗਏ ਔਰ ਅੱਜ ਉਹ ਦਿੱਲੀ ਆ ਕੇ ਰਹਿ ਰਹੇ ਆ, ਤਾਂ ਹੁਣ ਵੀ ਉਹ ਕਹਿ ਰਹੇ ਆ ਵੀ ਸਾਡਾ ਰਹਿਣ ਬਸੇਰਾ ਵੀ ਕੀਤਾ ਜਾਵੇ। ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਕਰੂਗੀ, ਪਰ ਦੇਸ਼ ਦੇ ਇਸ ਸਮੁੱਚੇ ਪ੍ਰਬੰਧ ਨੂੰ ਵੀ ਚਾਹੀਦਾ ਵੀ ਜੇ ਕੋਈ ਉੱਜੜ ਪੁੱਜੜ ਕੇ ਆਇਆ ਤੇ ਉਹਨੂੰ ਵੀਜ਼ੇ ਤਾਂ ਦਿੱਤੇ ਆ, ਪਰ ਉਹਦੀ ਕੋਈ ਹਿੱਤਾਂ ਦੀ ਰਾਖੀ ਵੀ ਕਰੀਏ। ਸੋ ਅਸੀਂ ਉਹਦੇ ਬਾਰੇ ਵੀ ਵਿਚਾਰ ਕੀਤੀ, ਹੁਣ ਐਗਜ਼ੈਕਟਿਵ ਦੇ ਵਿੱਚ ਕਰਾਂਗੇ ਸਾਰੀ ਦੇ ਵਿੱਚ। ਔਰ ਅੱਜ ਦੇ ਵਿੱਚ ਜਿਹੜੇ 4 ਮਤੇ ਚੇਚੇ ਤੌਰ ਤੇ ਪਾਸ ਹੋਏ ਆ, ਉਹਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ ਤੇ ਰਿਟਾਇਰਡ ਸਿੱਖ ਜੱਜਸ, ਸਾਡੇ ਸਿੱਖ ਬੁੱਧੀਜੀਵੀ ਤੇ ਸਿੱਖ ਵਿਦਵਾਨ ਵਕੀਲ, ਉਹਨਾਂ ਸਾਰਿਆਂ ਦੀ ਇੱਕ ਇਕੱਤਰਤਾ ਸੱਦੀ ਜਾਊਗੀ, ਜਿਨ੍ਹਾਂ ਕੋਲੋਂ ਰਾਏ ਲਈ ਜਾਊਗੀ ਕਿ ਆਪਾਂ ਇਹਨਾਂ ਦੇ ਵਿੱਚ ਹੋਰ ਕੀ ਰੋਕਥਾਮ ਕਰ ਸਕਦੇ ਹਾਂ। ਕਿਉਂਕਿ ਕੋਈਆਂ ਦਾ ਇਹ ਵੀ ਵਿਚਾਰ ਆਇਆ ਵੀ ਸਾਨੂੰ ਕਾਨੂੰਨੀ ਪੱਖ ਵੀ ਇਹ ਜਿਹੜਾ ਆ ਘੋਖ ਕਰ ਲੈਣਾ ਚਾਹੀਦਾ, ਪਰ ਕਈ ਵਾਰੀ ਕਾਨੂੰਨੀ ਪੱਖ ਦੇ ਵਿੱਚ ਪਚੀਦਾ ਇਦਾਂ ਦੇ ਮਸਲੇ ਆ ਜਾਂਦੇ ਆ ਕਿ ਉਹ ਫਿਰ ਮਸਲਾ ਸਾਰਾ ਲਮਕ ਜਾਂਦਾ। ਸੋ ਅੱਜ ਦੇ ਅਸੀਂ ਇਹ ਵੀ ਆਉਂਦੇ ਦਿਨਾਂ ਦੇ ਵਿੱਚ, ਥੋੜ੍ਹਿਆਂ ਦਿਨਾਂ ਦੇ ਵਿੱਚ ਇੱਕ ਮੀਟਿੰਗ ਸੱਦਾਂਗੇ, ਉਹਨਾਂ ਦੀ ਇੱਥੇ ਬੈਠ ਕੇ ਅੰਦਰ ਹੀ ਰਾਏ ਕਰਾਂਗੇ। ਉਹ ਜੋ ਰਾਏ ਦੇਣਗੇ ਉਹਦੇ 'ਤੇ ਵੀ ਜਿਹੜਾ ਵਚਨਬੱਧਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਊਗੀ। ਦੂਸਰਾ, ਇੱਕ 12 ਸੈਪਟੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ, ਸਮੁੱਚਾ ਪ੍ਰਬੰਧ ਤੇ ਪੰਥ ਦਰਦੀ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਚੁਣੀ ਹੋਈ ਸੰਸਥਾ, ਸਾਡੇ ਵਿੱਚ ਕੁਝ ਨੁਕਸ ਰਹਿ ਸਕਦੇ ਆ, ਪਰ ਸਿੱਖ ਕੌਮੀ ਦਰਦ ਜਿਹੜਾ ਉਹ ਆਪਾਂ ਨੂੰ ਅੱਜ ਮਹਿਸੂਸ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਕੋ ਨਿੱਜ ਲਈ ਨਹੀਂ ਲੜ ਰਹੀ, ਉਹਨਾਂ ਮਹਾਨ ਯੋਧਿਆਂ ਲਈ ਲੜ ਰਹੀ ਆ, ਜਿਨ੍ਹਾਂ ਮਹਾਨ ਯੋਧਿਆਂ ਨੇ ਕੇਵਲ ਦਾ ਕੇਵਲ ਗੁਰੂ ਦਰਦ ਨੂੰ ਮਹਿਸੂਸ ਕਰਦੇ ਹੋਏ ਕੁਝ ਕਾਰਵਾਈਆਂ ਕੀਤੀਆਂ ਤੇ ਉਹਦੀ ਸਜ਼ਾ ਵੀ ਭੁਗਤ ਚੁੱਕੇ ਆ। ਤੇ ਅਸੀਂ ਕੋਈ ਬੇਇਨਸਾਫੀ ਵੀ ਨਹੀਂ, ਇਸ ਦਾ ਇਨਸਾਫ ਮੰਗਦੇ ਆ ਵੀ ਜੇ ਉਹਨਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਤੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ। 12 ਤਰੀਕ ਨੂੰ ਹਰ ਇੱਕ ਡਿਸਟ੍ਰਿਕਟ ਹੈੱਡਕੁਆਟਰ 'ਤੇ ਕਾਲੇ ਚੋਲੇ ਪਾ ਕੇ ਇਹ ਜਿਹੜੇ ਉੱਥੇ ਆਪਣੇ ਧਰਨੇ ਦਿੱਤੇ ਜਾਣਗੇ, ਕਿਉਂਕਿ ਮੈਮੋਰੈਂਡਮ ਆਪਾਂ ਪਹਿਲਾਂ ਦੇ ਚੁੱਕੇ ਹਾਂ, ਹੁਣ ਉਹ ਧਰਨੇ ਦਿੱਤੇ ਜਾਣਗੇ। ਤੀਜਾ, ਇੱਕ ਜਿਹੜਾ ਸਭ ਤੋਂ ਵੱਡਾ ਅਹਿਮ ਫੈਸਲਾ ਅੱਜ ਹੋਇਆ, ਉਹ ਹੋਇਆ ਵੀ ਇੱਕ ਦਸਤਖਤ ਦੀ ਮੁਹਿੰਮ ਜਨਤਕ ਲਹਿਰ ਦੇ ਤੌਰ ਤੇ ਸ਼ੁਰੂ ਕੀਤੀ ਜਾਊਗੀ, ਜਿਹਦੇ ਵਿੱਚ ਪਿੰਡ 'ਚ ਸ਼ਹਿਰ ਦੇ ਵਿੱਚ ਸਾਰੇ ਇਤਿਹਾਸਕ ਸਥਾਨਾਂ ਦੇ ਉੱਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਊਗਾ ਦਸਤਖਤੀ ਮੁਹਿੰਮ ਦੇ ਰੂਪ ਦੇ ਵਿੱਚ। ਉਹਦਾ ਇੱਕ ਪਰਫਾਰਮਾ ਹੋਊਗਾ, ਉਹਦੇ ਵਿੱਚ ਉਹ ਆਪਣਾ ਸਿਰਫ ਨਾਂ ਲਿਖੂਗਾ, ਪਤਾ ਲਿਖੂਗਾ ਤੇ ਆਪਣਾ ਉਹ ਜਿਹੜਾ ਮੋਬਾਈਲ ਨੰਬਰ ਲਿਖੂਗਾ। ਇਸ ਮੁਹਿੰਮ ਨੂੰ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੀਆਂ ਬਰੂਹਾਂ ਤੱਕ ਲਿਜਾਈਏ। ਇਹ ਜਿਹੜੇ ਪੰਥ ਦਰਦੀ ਆ ਉਹ ਇਹਦੇ ਵਿੱਚ ਸ਼ਾਮਲ ਹੋਣ। ਉਹ ਸ਼ਾਮਲ ਦੇ ਵਿੱਚ ਫਿਰ ਅਸੀਂ ਟਾਈਮ ਇੱਕ ਨਿਰਧਾਰਿਤ ਕਰਾਂਗੇ ਵੀ ਕਿੰਨੇ ਚਿਰ 'ਚ ਜਿਹੜਾ ਸਾਰਾ ਪ੍ਰੋਗਰਾਮ ਉਹ ਨੇਪੜੇ ਚਾੜਿਆ ਜਾਊਗਾ।
ਫਿਰ ਅਸੀਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਇਕੱਤਰ ਹੋ ਕੇ ਪੰਜਾਬ ਦੀ ਬਰੂਹ ਦੇ ਉੱਤੇ ਬੈਠ ਕੇ ਧਰਨਾ ਦੇਵਾਂਗੇ ਤੇ ਗਵਰਨਰ ਸਾਹਿਬ ਨੂੰ ਫਿਰ ਪੰਜਾਬ ਦੇ ਜਿਹੜੇ ਸਾਡੇ ਗਵਰਨਰ ਆ ਉਹਨਾਂ ਨੂੰ ਜਾ ਕੇ ਉਹ ਸਾਰਾ ਮੈਮੋਰੈਂਡਮ ਸਪੁਰਦ ਕੀਤਾ ਜਾਊਗਾ ਵੀ ਆਹ ਸਿੱਖਾਂ ਦਾ ਦਰਦ ਆ, ਇੰਨੇ ਸਿੱਖ ਅੱਜ ਇਸ ਦਰਦ ਲਈ ਪੁਕਾਰ ਰਹੇ ਆ, ਇਹਨਾਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਸੋ ਦੂਸਰਾ ਇਹਦੇ ਨਾਲ ਇੱਕ ਅਹਿਮ ਮੁੱਦਾ ਕਿ ਸਿੱਖਾਂ ਨੇ ਪੰਜਾਬ ਦੇ ਵਿੱਚ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਸੀ ਉਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤੇ। ਬਹੁਤ ਸਾਰੇ ਵਿਦਿਅਕ ਅਦਾਰੇ ਖੋਲ੍ਹੇ, ਬਹੁਤ ਸਾਰੇ ਡਿਗਰੀ ਕਾਲਜ ਖੋਲ੍ਹੇ, ਮੈਡੀਕਲ ਕਾਲਜ ਖੋਲ੍ਹੇ, ਯੂਨੀਵਰਸਿਟੀਆਂ ਖੋਲ੍ਹੀਆਂ। ਉਹਦੇ ਵਿੱਚ ਸਾਨੂੰ ਮਿਨੋਰਟੀ ਕਮਿਊਨਿਟੀ ਦਾ ਸਟੇਟਸ ਮਿਲਿਆ ਆ। ਅਸੀਂ 50% ਜਿਹੜੀਆਂ ਉਹ ਸੀਟਾਂ ਉਹਦੇ ਵਿੱਚੋਂ ਮਿਨੋਰਟੀ ਕਮਿਊਨਿਟੀ ਦੇ ਵਿੱਚੋਂ ਭਰਦੇ ਹਾਂ। ਆਮ ਵੱਖ-ਵੱਖ ਰਾਜਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ, ਜਿਹੜੇ ਉਹਨਾਂ ਦੇ ਕੌਮਾਂ ਨੇ ਕੋਈ ਸਕੂਲ ਕਾਲਜ ਬਣਾਏ ਆ, ਉੱਥੇ ਉਹਨਾਂ ਦੀ 50% ਜਿਹੜੀ ਆ ਮਿਨੋਰਟੀ ਕਮਿਊਨਿਟੀ ਦੇ ਤੌਰ ਦੇ ਉੱਤੇ ਰਾਖਵਾਂਕਰਨ ਹੁੰਦਾ। ਤੇ ਹੁਣ ਇੱਕ ਨਵੀਂ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਆਈ ਆ, ਜਿਹਦੇ ਵਿੱਚ ਉਹਨੇ ਕਿਹਾ ਵੀ ਸਟੇਟ ਵਾਈਜ਼ ਇਹ ਜਿਹੜਾ ਮਿਨੋਰਟੀ ਕਮਿਊਨਿਟੀ ਦਾ ਸਟੇਟਸ ਕਾਊਂਟ ਕੀਤਾ ਜਾਵੇ। ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਸਿੱਖਾਂ ਦੀ ਨੁਮਾਇੰਦਗੀ 4 ਸਟੇਟਾਂ 'ਚ ਕਰਦੀ ਆ। ਇੱਕ ਪੰਜਾਬ 'ਚ ਕਰਦੀ ਆ, ਹਰਿਆਣੇ 'ਚ ਕਰਦੀ ਆ, ਹਿਮਾਚਲ ਪ੍ਰਦੇਸ਼ 'ਚ ਕਰਦੀ ਆ, ਯੂਨੀਅਨ ਟੈਰੀਟਰੀ ਚੰਡੀਗੜ੍ਹ 'ਚ ਕਰਦੀ ਆ। ਇਹ ਇੱਕ ਸਟੇਟ ਬਾਡੀ ਨਹੀਂ, ਇਹ ਜਿਹੜੀ ਆ ਇਹ ਬਾਡੀ ਵੱਡੀ ਆ। ਇਹ 4 ਸਟੇਟਾਂ ਦੇ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਕਰਦੀ ਆ ਆਪਣੀ ਕਮਿਊਨਿਟੀ ਦੀ। ਸੋ ਉਹਦੇ ਵਿੱਚ ਵੀ ਕਿਉਂਕਿ ਕਈਆਂ ਨੇ ਇਸ ਗੱਲ 'ਤੇ ਵੀ ਖਾਦਸੇ ਜ਼ਾਹਰ ਕੀਤੇ ਵੀ ਸ਼੍ਰੋਮਣੀ ਕਮੇਟੀ ਸ਼ਾਇਦ ਇਹਨਾਂ ਕਾਰਜਾਂ ਤੋਂ ਪਿੱਛੇ ਹਟੀ। ਅਸੀਂ ਕੋਈ ਪਿੱਛੇ ਨਹੀਂ ਹਟੇ। ਆ 30/8 ਤਰੀਕ ਸੀ, ਅਸੀਂ ਵਧੀਆ ਵਕੀਲ ਕਰਕੇ ਉਹਨਾਂ ਨਾਲ ਟਰਨ ਅਪ ਵੀ ਕਰ ਲਿਆ, ਟੇਕ ਅਪ ਵੀ ਕਰ ਲਿਆ ਮਸਲਾ। ਉਹ ਮਸਲਾ ਟੇਕ ਅਪ ਕਰਕੇ ਕਿਉਂਕਿ 2 ਕੇਸ 4 ਅੱਗੇ ਸਾਡੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਉਹ ਕੇਸ ਕਿਸੇ ਵੇਲੇ ਕੋਈ ਬੱਚੇ ਸੀਗੇ, ਉਹ ਭਾਵੇਂ ਦੂਸਰੇ ਧਰਮ ਨਾਲ ਤਾਲੁਕਾਤ ਰੱਖਦੇ ਸੀ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ, ਉਹ ਸਾਡੇ ਖਿਲਾਫ ਹੋ ਗਏ ਕਿਉਂਕਿ ਪੰਜਾਬ ਸਰਕਾਰ ਨੇ ਇਹ ਸਾਨੂੰ ਮਿਨੋਰਟੀ ਕਮਿਊਨਿਟੀ ਦਾ ਸਟੇਟਸ ਦਿੱਤਾ ਸੀ। ਉਹ ਖਿਲਾਫ ਹੋਣ ਕਰਕੇ ਫਿਰ ਅਸੀਂ ਸੁਪਰੀਮ ਕੋਰਟ ਚਲ ਗਏ। ਉਹ 4-5 ਪਟੀਸ਼ਨਾਂ ਇਕੱਠੀਆਂ ਜਿਹੜੀਆਂ ਅੱਜ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ, ਤੇ ਅਸੀਂ ਇਹ ਵੀ ਯਤਨ ਕਰਾਂਗੇ ਵੀ ਉਹ ਵੀ ਆ ਜਿਹੜੀ ਮਿਨੋਰਟੀ ਕਮਿਊਨਿਟੀ ਵਾਲੀ ਇਹ ਵੀ ਨਾਲ ਰਲ ਕੇ ਇਹ ਸਾਰੀਆਂ ਇਕੱਠੀਆਂ ਹੋ ਜਾਣ। ਸੋ ਸੈਂਟਰ ਤੋਂ ਅਸੀਂ ਮੰਗ ਕੀਤੀ ਆ ਕਿ ਜੇ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਨਾ ਰਹੇ ਤੇ ਫਿਰ ਇੱਕ ਵੱਡਾ ਇਸ ਮੁਲਕ ਦੀ ਸੁਰੱਖਿਆ ਲਈ ਵੀ ਖਤਰਾ, ਕਿਉਂਕਿ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਰੁਪਈਏ ਆਪਾਂ ਲਾਏ ਆ। ਉਹ ਅਰਬਾਂ ਰੁਪਈਏ ਅਸੀਂ ਸਿੱਖ ਇੰਸਟੀਟਿਊਸ਼ਨ 'ਤੇ ਲਾਏ ਆ, ਤੇ ਸਾਡਾ ਹੱਕ ਵੀ ਬਣਦਾ ਕਿ ਉਹਨਾਂ ਦੇ ਵਿੱਚ ਅਸੀਂ ਮਿਨੋਰਟੀ ਸਟੇਟਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਐਡਮਿਸ਼ਨਾਂ ਵੀ ਦਈਏ। ਸੋ ਇਹਦੇ ਵਿੱਚ ਵੀ ਸੈਂਟਰਲ ਗੌਰਮੈਂਟ ਤੋਂ ਅਪੀਲ ਕੀਤੀ ਗਈ ਆ ਕਿ ਭਾਵੇਂ ਮਸਲਾ ਸੁਪਰੀਮ ਕੋਰਟ ਦੇ ਵਿੱਚ ਆ, ਪਰ ਉਹਦੀ ਪੈਰਵੀ ਜਿਹੜੀ ਘੱਟ ਗਿਣਤੀ ਜਿੰਨੇ ਵੀ ਸਾਰੇ, ਚਾਹੇ ਪੰਜਾਬ ਆ, ਚਾਹੇ ਉਹ ਬਿਹਾਰ ਆ, ਚਾਹੇ ਦੂਜੇ ਆਪਣੇ ਸਟੇਟਾਂ ਆ, ਉਹਨਾਂ ਦੀ ਸਾਰਿਆਂ ਦੀ ਜਿਹੜੀ ਘੱਟ ਗਿਣਤੀ ਆ, ਉਹਨਾਂ ਦੇ ਹਿੱਤ ਜਿਹੜੇ ਉਹ ਸਾਰੇ ਸੁਰੱਖਿਅਤ ਕੀਤੇ ਜਾਣ। ਸੋ ਉਹਦੇ ਲਈ ਕਾਨੂੰਨੀ ਪੱਖ ਵੀ ਅਸੀਂ ਸਾਰਾ ਉਹ 'ਤੇ ਵੀ ਵਿਚਾਰ ਕਰ ਰਹੇ ਹਾਂ। ਦੂਸਰਾ ਇੱਕ ਅੱਜ ਦੇ ਇਸ ਇਕੱਤਰਤਾ ਨੇ ਇਹ ਵੀ ਮਹਿਸੂਸ ਕੀਤਾ ਕਿ ਸਿੱਖ ਹਮੇਸ਼ਾ ਹੀ ਚਾਹੇ 3 ਵਾਰੀ ਅਰਦਾਸ ਕਰੇ, 4 ਵਾਰੀ ਕਰੇ, 100 ਵਾਰੀ ਕਰੇ, ਇਹਦਾ ਜਿਲੇ ਸਮਾਪਤੀ ਹੁੰਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਨਾਲ ਸਮਾਪਤੀ ਹੁੰਦੀ ਹੈ। ਤੇ ਇਹ ਸਿੱਖ ਕਦੇ ਵੀ ਕਿਸੇ ਵੀ ਧਰਮ 'ਤੇ ਕੋਈ ਹਮਲਾ ਹੋਵੇ, ਕਿਸੇ ਦੇ ਧਾਰਮਿਕ ਤੌਰ 'ਤੇ ਭਾਵਨਾਵਾਂ 'ਤੇ ਹਮਲਾ ਹੋਵੇ, ਸਿੱਖ ਹਮੇਸ਼ਾ ਉਹਨਾਂ ਦੇ ਉੱਤੇ ਵੀ ਪਹਿਰਾ ਦਿੰਦੇ ਆ, ਪਰ ਬਸ਼ਰਤੇ ਕਿ ਉਹ ਧਰਮ ਵੀ ਦੂਸਰੇ ਧਰਮਾਂ ਦਾ ਸਤਿਕਾਰ ਕਰਨ। ਇੱਥੇ ਕੋਈ ਮੈਨੂੰ ਐਵੇਂ ਮਹਿਸੂਸ ਹੁੰਦਾ, ਸਾਰੇ ਹਾਊਸ ਨੂੰ ਵੀ ਮਹਿਸੂਸ ਹੋਇਆ ਵੀ ਇਹੋ ਜਿਹਾ ਕਾਰਜ ਕਈ ਵਾਰੀ ਨਫ਼ਰਤ ਭਰੀਆਂ ਗੱਲਾਂ ਕਰ ਜਾਂਦੇ ਆ। ਜਿਲੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਉਹਦੇ ਨਾਲ ਫਿਰ ਨਫ਼ਰਤ ਫੈਲਦੀ ਆ। ਸਿੱਖ ਕਦੇ ਨਫ਼ਰਤ ਦੇ ਵਿੱਚ ਯਕੀਨ ਨਹੀਂ ਰੱਖਦਾ। ਸੋ ਇਸ ਕਰਕੇ ਲੋਕਾਂ ਨੂੰ ਇਹ ਵੀ ਬੇਨਤੀ ਕਰਦੀ ਆ ਕਿ ਭਾਵਨਾਵਾਂ ਨਾਲ ਖਿਲਵਾੜ ਨਾ ਕਰੀਏ। ਇੱਥੇ ਪੰਜਾਬ ਦਾ ਜਿਹੜਾ ਇਹ ਸੂਬਾ, ਕਿਉਂਕਿ ਸਰਹੱਦੀ ਸੂਬਾ, ਇੱਥੇ ਲੰਬੇ ਅਰਸੇ ਤੋਂ ਬਾਅਦ ਆ ਸਾਨੂੰ ਸਮਾਂ ਪ੍ਰਾਪਤ ਹੋਇਆ
ਸੋ ਇਹਦੇ ਵਿੱਚ ਵੀ ਅਸੀਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਧਰਮ ਦੇ ਵਿੱਚ ਇੱਕ ਦੂਸਰੇ ਦੇ ਦਖਲਅੰਦਾਜ਼ੀ ਨਾ ਕੀਤੀ ਜਾਵੇ ਤੇ ਉਹਨਾਂ ਵੀਰਾਂ ਨੂੰ ਵੀ ਜਿਹੜੇ ਕੋਈ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੇ ਆ ਤੇ ਉਹ ਜਿਹੜੀਆਂ ਉਹ ਗਤੀਵਿਧੀਆਂ ਕਰਕੇ ਇੱਕ ਪਿਛਲਾ ਮਾਹੌਲ ਜਿਹੜਾ ਖੌੜਾ ਹੋਇਆ ਸੀ ਉਹਦੀ ਮੁੜ ਕੇ ਤਰਜਮਾਨੀ ਨਾ ਕਰਨ। ਸੋ ਇੰਨੇ ਕੁ ਸਾਡੇ ਅੱਜ ਦੇ ਸਾਰੇ ਮਤੇ ਸੀਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ 12 ਤਰੀਕ ਤੋਂ ਸ਼ੁਰੂ ਹੋ ਜਾਣੇ ਆ। ਫਿਰ ਇਹ ਤੋਂ ਬਾਅਦ ਵੀ ਅਸੀਂ ਇੱਕ ਰੱਖਿਆ, ਉਹ ਹਾਲੇ ਅਸੀਂ ਰਿਜ਼ਰਵ ਰੱਖਿਆ ਵੀ ਅਗਲਾ ਕਾਰਿਆਕਰਮ ਫਿਰ ਕੀ ਕਰਨਾ ਆ। ਪਰ ਮੈਂ ਸ਼੍ਰੀ ਨਰਿੰਦਰ ਭਾਈ ਮੋਦੀ ਜੀ, ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨਾਂ ਨੂੰ ਸਨਿਵਰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸਿੱਖਾਂ ਦੀ ਜਥੇਬੰਦੀ ਹੈ। ਮੇਰੇ ਵਰਗੇ ਕਈ ਵਾਰੀ ਕਮਜ਼ੋਰ ਪ੍ਰਧਾਨ ਹੋ ਸਕਦੇ ਆ, ਪਰ ਸਮਾਂ ਜ਼ਰੂਰ ਦੇਣਾ ਚਾਹੀਦਾ। ਇਹ ਕਿਹੜੀ ਮਜਬੂਰੀ ਆ ਕਿ ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਹੁਣ ਫਿਰ ਕੱਲ੍ਹ ਚਿੱਠੀ ਲਿਖੀ ਆ ਤਾਂ ਕਿ ਸਾਨੂੰ ਇੱਕ ਵਾਰੀ ਸੁਣੋ ਤਾਂ ਸਹੀ, ਅਸੀਂ ਆਪਣਾ ਕੇਸ ਤਾਂ ਜਾ ਕੇ ਤੁਹਾਡੇ ਕੋਲ ਪਲੀਡ ਕਰੀਏ ਤਾਂ ਕਿ ਸਾਨੂੰ ਜਦੋਜਹਿਦ ਛੱਡ ਕੇ ਗੱਲਬਾਤ ਰਾਹੀਂ ਸਾਰਾ ਮਸਲਾ ਹੱਲ ਕਰਨਾ ਪਵੇ। ਸੋ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਆ, ਬਹੁਤ ਬਹੁਤ ਧੰਨਵਾਦ। ਔਰ ਇੱਕ ਅੱਜ ਜਿਹੜਾ ਮਾਹੌਲ ਅੰਦਰਲਾ ਸੀ, ਤੁਸੀਂ ਕਈ ਵਾਰੀ ਮੀਡੀਆ ਵਾਲੇ ਵੀ ਕਈ ਵਾਰੀ ਕਹਿੰਦੇ ਵੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਕਿਉਂਕਿ ਸਾਡਾ ਪਰਿਵਾਰਕ ਮਸਲਾ ਸੀ ਔਰ ਕੌਮੀ ਮਸਲਾ ਸੀ। ਅੱਜ ਜਿਸ ਬਾਖੂਬੀ, ਜਿਸ ਪਿਆਰ ਭਾਵਨਾ ਦੇ ਨਾਲ ਸਾਰੇ ਮੈਂਬਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀ ਵਚਨਬੱਧਤਾ ਦੁਹਰਾਈ ਆ, ਇਹ ਵੀ ਅੱਜ ਮਿਸਾਲ ਆ। ਜਿੰਨੇ ਮੈਂਬਰ ਸਾਹਿਬਾਨ ਪਹੁੰਚੇ ਉਹਨਾਂ ਨੂੰ ਮੈਂ ਵਧਾਈ ਦਿੰਦਾ। ਉਹਨਾਂ ਦੇ ਜਿਹੜੇ ਵੀ ਵਿਚਾਰ ਰੱਖੇ ਆ, ਯਤਨ ਕਰਾਂਗੇ ਵੀ ਉਹਨਾਂ ਨੂੰ ਬੂਰ ਵੀ ਪਾਇਆ ਜਾਵੇ। ਤਾਹੀ ਐਸਜੀਪੀਸੀ ਉਹਨਾਂ ਨੇ ਲਗਾਇਆ ਕਿ ਐਸਜੀਪੀਸੀ ਐਕਟ ਪਿਛਲੇ ਮਾਮਲੇ ਦੀ ਗੱਲ ਕਰ ਰਿਹਾ ਹੁੰਦਾ ਕਿ ਐਸਜੀਪੀਸੀ ਨੇ ਆਪਣਾ ਫਰਜ਼ ਨਹੀਂ ਨਿਭਾਇਆ, ਸਰਕਾਰ ਨੇ ਆਪਣਾ ਫਰਜ਼ ਨਹੀਂ ਨਿਭਾਇਆ, ਕਿਉਂਕਿ ਜਿਹੜੀ ਤੋੜ ਫੋੜ ਹੋਈ ਹੈ ਜਾਂ ਧਾਰਮਿਕ ਭਾਵਨਾ ਨੂੰ ਵਾਹਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਹੰਗ ਸਿੰਘਾਂ ਨੂੰ ਉਹਨਾਂ ਨੇ ਸਹੀ ਠਹਿਰਾਇਆ, ਉਹਨਾਂ ਨੇ ਸਹੀ ਕੀਤਾ, ਲੇਕਿਨ ਇਹਦੇ ਜ਼ਿੰਮੇਵਾਰ ਐਸਜੀਪੀਸੀ ਤੇ ਸਰਕਾਰ ਨੂੰ ਠਹਿਰਾਇਆ। ਤੁਸੀਂ ਕੀ ਕਹਿੰਦੇ? ਨਹੀਂ, ਐਸਜੀਪੀਸੀ ਕੋਈ ਜ਼ਿੰਮੇਵਾਰ ਨਹੀਂ। ਦੇਖੋ, ਹਰ ਇੱਕ ਬੰਦਾ ਆਪਣੇ ਘਰ ਦੀ ਰਾਖੀ ਕਰਦਾ ਆ, ਤੇ ਜੇ ਘਰ 'ਤੇ ਕੋਈ ਹਮਲਾ ਕਰੇ ਤਾਂ ਬੰਦੇ ਨੂੰ ਅਧਿਕਾਰ ਆ ਉਹਦਾ। ਐਸਜੀਪੀਸੀ ਆਪਣੇ ਸਾਰੇ, ਮੈਂ ਪਹਿਲਾਂ ਵੀ ਕਹਿ ਹਟਿਆ, ਅਸੀਂ ਤਾਂ ਸਰਬੱਤ ਦੇ ਭਲੇ 'ਤੇ ਯਕੀਨ ਰੱਖਣ ਵਾਲੇ ਆ। ਇਹ ਲਾ ਐਂਡ ਆਰਡਰ ਸਰਕਾਰਾਂ ਦੇ ਮਸਲੇ ਹੁੰਦੇ ਆ, ਇਹ ਸਰਕਾਰਾਂ ਨੇ ਦੇਖਣਾ ਹੁੰਦਾ ਵੀ ਕੋਈ ਕਾਨੂੰਨ ਭੰਗ ਹੁੰਦਾ ਤੇ ਉਹਨਾਂ ਦੀ ਤਾਂ ਕਹਿ ਸਕਦੇ। ਸ਼੍ਰੋਮਣੀ ਕਮੇਟੀ ਦਾ ਇੱਕ ਲਾ ਬਾਈਂਡਿੰਗ ਫੋਰਸ ਨੇਗੀ, ਇੱਕ ਧਾਰਮਿਕ ਸੰਸਥਾ ਆ ਜਿਹੜੇ ਕੇਵਲ ਦਾ ਕੇਵਲ ਧਰਮ ਦੇ ਤੌਰ ਦੇ ਉੱਤੇ, ਜਿੱਥੇ ਸਿੱਖ ਪੰਥ ਦਾ ਇਹ ਰਿਪਰੈਜ਼ੈਂਟੇਸ਼ਨ ਕਰਦੀ ਹੈ, ਉੱਥੇ ਲੋਕਾਂ ਦੇ ਵੀ ਨਾਲ ਪਿਆਰ ਤੇ ਸਤਿਕਾਰ ਹੀ ਬਾਕੀ ਧਰਮਾਂ ਦਾ ਵੀ ਉਹਨੇ ਕਰਦੀ ਹੈ। ਪੰਜ ਮੈਂਬਰੀ ਕਮੇਟੀ, ਦੇਖੋ ਇਹ ਡੈਲੀਗੇਟ ਕਰਾਂਗੇ ਅਸੀਂ। 5 ਮੈਂਬਰ ਕੋਈ ਵੀ ਹੋ ਸਕਦੇ, ਉਹਦੇ 'ਚ ਨਾਂ ਨਹੀਂ ਕੋਈ ਸਪੈਸੀਫਿਕ ਰੱਖੇ ਅਸੀਂ। ਨਹੀਂ, ਇਹ ਪਿਓਰ ਸ਼੍ਰੋਮਣੀ ਕਮੇਟੀ ਦੀ ਆਪਣੇ 5 ਮੈਂਬਰ ਆਪਣੇ ਮੈਂਬਰ ਹੋਣ। ਇਹਦੇ ਵਿੱਚ ਕੋਈ ਹੋਰ ਕਿਸੇ ਜਥੇਬੰਦੀ ਨਾਲ ਨਹੀਂ, ਇਹ ਕੇਵਲ ਦਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕੱਲਾ ਡੈਲੀਗੇਟ ਉਹ ਹੀ ਮੈਂਬਰ ਸਾਹਿਬਾਨ। ਕੇਂਦਰੀ ਮੰਤਰੀ ਸ਼ਿਕਾਇਤ ਲੈ ਗਿਆ ਕਿ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਲਿਸਟ ਨਹੀਂ ਸੌਂਪੀ। ਦੇਖੋ, ਇਹ ਮੈਂ ਕਹਿ ਸਕਦਾ ਇੱਕ ਬਦਕਿਸਮਤੀ ਆ, ਐਵੇਂ ਕਹਿ ਲਈਏ ਮਖੌਲ ਕਰਨ ਵਾਲੀ ਗੱਲ ਆ। ਅਸੀਂ ਪਹਿਲੇ ਦਿਨ ਤੋਂ ਜ਼ਿਆਦਾ ਬੰਦੀ ਸਿੰਘਾਂ ਦਾ ਮਤਾ ਚੱਕਿਆ। ਉਸ ਦਿਨ ਅਸੀਂ 22 ਬੰਦਿਆਂ ਦੀ ਲਿਸਟ ਇਹਨਾਂ ਨੂੰ ਰਿਲੀਜ਼ ਕੀਤੀ ਸੀ, ਜਿਹਦੇ ਵਿੱਚ 9 ਸੀਗੇ 18 ਸਾਲ ਤੋਂ ਲੈ ਕੇ 30 ਸਾਲ ਦੇ, ਬਾਕੀ ਉਹਨਾਂ 'ਚ ਕੋਈ 9 ਸਾਲ ਦਾ ਸੀ, ਕੋਈ 13 ਸਾਲ ਦਾ ਸੀਗਾ। ਤੇ ਮੈਂ ਸਮਝਦਾ ਜੇ ਦੇਸ਼ ਦਾ ਇੱਕ ਆਨਰੇਬਲ ਮਿਨਿਸਟਰ, ਉਹਦੇ ਮੂੰਹ ਤੋਂ ਇਹ ਗੱਲ ਚੰਗੀ ਨਹੀਂ ਲੱਗਦੀ। ਪਰ ਜੇ ਨਹੀਂ ਵੀ ਉਹਨਾਂ ਨੂੰ ਭਾਵਨਾ, ਕੱਲ੍ਹ ਅਸੀਂ ਜਾਰੀ ਵੀ ਕਰ ਦਿੱਤੀ ਆ 9 ਮੈਂਬਰਾਂ ਦੀ, ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ, ਉਹਨਾਂ ਨੂੰ ਵੀ ਚਿੱਠੀ ਭੇਜੀ ਆ ਉਹ, ਵੀ ਤਾਂ ਕਿ ਤੁਹਾਡੇ ਜੇ ਕਿਤੇ ਨਹੀਂ ਹੈਗੀ ਨੌਲੇਜ ਦੇ ਵਿੱਚ, ਤੁਹਾਡੇ ਨੌਲੇਜ ਵਿੱਚ ਆ ਜਾਏ। ਕੱਲ੍ਹ ਉਹਨਾਂ ਨੂੰ ਵੀ ਅਸੀਂ ਚਿੱਠੀ ਭੇਜੀ ਹੈ। ਦੇਖੋ, ਸਿੱਖ ਜਿਹੜੇ ਆ ਹਮੇਸ਼ਾ ਹੀ ਇਸ ਮੁਲਕ ਲਈ ਆਜ਼ਾਦੀ ਤੋਂ ਪਹਿਲਾਂ ਤੇ ਅੱਜ ਤੱਕ, ਅੱਜ ਵੀ ਜੇ ਜੰਮੂ ਕਸ਼ਮੀਰ ਜਾਂ ਚਾਈਨਾ ਤੋਂ ਕੋਈ ਲਾਸ਼ਾਂ ਆਉਂਦੀਆਂ ਤਾਂ ਉਹਦੇ ਵਿੱਚ ਮੈਕਸਿਮਮ ਪੰਜਾਬੀ ਦੇ ਸਿੱਖ ਹੁੰਦੇ ਆ। ਤੇ ਅਸੀਂ ਤਾਂ ਇਹਨਾਂ ਕੋਲੋਂ ਇਹ ਮੰਗ ਰੱਖਦੇ ਹਾਂ ਵੀ ਸਾਡੇ ਨਾਲ ਵੀ ਖਿਲਵਾੜ ਨਾ ਕੀਤਾ ਜਾਵੇ। ਇੰਨੀ ਲੇਅਰ ਪਲੇਅਰ ਲਈ ਇੱਕ ਜ਼ਿੰਮੇਵਾਰ ਬੰਦਾ ਸਟੇਟਮੈਂਟ ਦਿੰਦਾ ਸੋਹਣਾ ਨਹੀਂ ਲੱਗਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹੱਕ ਮੰਗ ਰਹੀ, ਆਪਣਾ ਇਨਸਾਫ ਮੰਗ ਰਹੀ ਆ। ਅੱਜ ਬੜੇ ਭਰੇ ਪੀਤੇ ਮਨ ਨਾਲ ਕਹਿ ਰਿਹਾ ਮੈਂ ਕਿ ਗੁਜਰਾਤ ਦੇ ਵਿੱਚ ਉਹ ਦਰਿੰਦੇ ਜਿਹੜੇ
ਜਿਨ੍ਹਾਂ ਤੇ ਚਾਰਜ ਲੱਗੇ ਰੇਪ ਦੇ, ਮਰਡਰ ਦੇ, ਔਰ ਮਰਡਰ ਵੀ ਇੱਕ ਬੱਚਾ ਬਾਮ ਮਤਲਬ ਜਿਹਨੂੰ ਮਾਂ ਦੇ ਗਰਭ ਵਿੱਚ ਹੋਵੇ ਤੇ ਉਹਨਾਂ ਨੂੰ ਮਾਰਿਆ ਜਾਵੇ, ਟੱਬਰਾਂ ਦੇ ਜੀ ਖਤਮ ਕਰਤੇ ਜਾਣ। ਤੇ ਉਹਨਾਂ ਨੂੰ ਕੀ ਕਹਿ ਰਹੇ ਆ, ਇੱਕ ਮਿਸਟਰ ਉਹਨਾਂ ਦਾ, ਮੈਂ ਉਹ ਐਮਐਲਏ ਦਾ ਮੈਨੂੰ ਨਾਮ ਵਿਸਰ ਗਿਆ ਮਿਸਟਰ, ਉਹ ਉਹਨੂੰ ਕਹਿ ਰਿਹਾ ਵੀ ਦੇ ਆਰ ਹੈਵਿੰਗ ਗੁੱਡ ਕਰੈਕਟਰ ਬਿਕਾਜ਼ ਦੇ ਆਰ ਬ੍ਰਾਹਮਣਸ। ਤੇ ਮੈਂ ਪੁੱਛਦਾ ਵੀ ਇਹ ਕੋਈ ਸਰਟੀਫਿਕੇਟ ਆ, ਇਹਦਾ ਮਤਲਬ ਇਹਨਾਂ ਨੂੰ ਕੋਈ ਲਾਇਸੈਂਸ ਮਿਲ ਗਿਆ? ਤੇ ਫਿਰ ਉਹਨਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ। ਤੇ ਜੇ ਇਸ ਮੁਲਕ ਦੇ ਵਿੱਚ ਵੀ ਰੇਪਿਸਟ ਤੇ ਮਰਡਰਰਸ ਤੇ ਉਹਨਾਂ ਨੂੰ ਆਪਾਂ ਇਹ ਕੰਮ ਕਰਕੇ ਕਰਾਂਗੇ ਤੇ ਫਿਰ ਤਾਂ ਮੈਂ ਸਮਝਦਾ ਵੀ ਬੜੀ ਮਾੜੀ ਗੱਲ ਆ। ਜਿਹੜੀ 11 ਮੈਂਬਰੀ ਉੱਚ ਤੱਕ ਦੀ ਕਮੇਟੀ ਸੀ ਹੁਣ ਭੰਗ ਸਮਝੀ ਜਾਏਗੀ? ਨਹੀਂ, ਉਹ ਐਗਜ਼ਿਸਟ ਕਰਦੀ ਆ, ਪਰ ਹੁਣ ਜਿਹੜੇ ਛੱਡ ਕੇ ਚਲ ਗਏ ਆ ਉਹਨਾਂ ਨੂੰ ਹੁਣ ਕੀ ਕਹਿ ਸਕਦੇ? ਬਾਕੀ ਤਾਂ ਮੈਂਬਰ ਸਾਡੇ ਨਾਲ ਹੀ ਆ ਸਾਰੇ, ਜਿਹੜੇ ਛੱਡ ਕੇ ਚਲ ਗਏ ਉਹਨਾਂ ਨੂੰ ਹੁਣ ਆਪਾਂ ਚਲੋ ਇਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ। ਸਰਦਾਰ ਜੀ ਜਿਹੜੇ ਧਰਨੇ ਲੱਗ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਇਕੱਲੇ ਹੋਣਗੇ, ਉਹ 'ਚ ਮੁਲਾਜ਼ਮ ਜਾਂ ਕਰਮਚਾਰੀ ਜਾਂ ਜਿਹੜੇ ਸਿੱਖ ਕੋਈ ਪੰਥ ਦਰਦੀ ਤੁਸੀਂ ਵੀ ਹੋ ਸਕਦੇ ਆ, ਤੁਸੀਂ ਵੀ ਸਿੱਖ ਆ, ਤੁਹਾਨੂੰ ਵੀ ਇਸ ਦਾ ਸੱਦਾ ਦਿਆਂਗੇ ਵੀ ਤੁਸੀਂ ਵੀ ਆਓ। ਹਰ ਇੱਕ ਪੰਥ ਦਰਦੀ ਉਹਦੇ ਵਿੱਚ ਸ਼ਾਮਲ ਹੋਵੇ। ਦੇਖੋ ਮੇਰੀ ਬੇਨਤੀ ਸੁਣੋ, ਇਹਨੂੰ ਮਾਨਸਿਕ ਤੌਰ ਤੇ ਇਦਾਂ ਵੀ ਦੇਖੀਏ। ਤੁਸੀਂ ਸ਼ਾਇਦ 84 'ਚ ਸ਼ਾਇਦ ਛੋਟੀ ਉਮਰ ਹੋਊਗੀ, ਜਿਹੜੇ 84 'ਚ ਮੈਂ ਸਮਝਦਾ ਸਾਡੀ ਵਾਲੀ ਉਮਰ ਦੇ ਆ, ਉਹਨਾਂ ਨੇ ਇਹ ਸਾਰਾ ਜ਼ਿਲ੍ਹੇ ਦੇਖਿਆ। ਉਸ ਵੇਲੇ ਕਿਸੇ ਬੰਦੇ ਨੂੰ ਸਭ ਤੋਂ ਵੱਡੀ ਆਪਾਂ ਕਹਿੰਦੇ ਧਰਮ ਦੀ ਸਹੁੰ ਖਾ, ਤੇ ਜ਼ਿਲ੍ਹੇ ਧਰਮ ਹੀ ਢਹਿ ਢੇਰੀ ਹੋ ਜਾਏ ਫਿਰ ਜਜ਼ਬਾਤ ਨਹੀਂ ਰੁਕਦੇ, ਤੇ ਜੇ ਜਜ਼ਬਾਤ ਨਹੀਂ ਰੁਕੇ ਤੇ ਸਜ਼ਾ ਵੀ ਪੂਰੀਆਂ ਹੋ ਗਈਆਂ, ਤੇ ਜੇ ਸਜ਼ਾ ਪੂਰੀ ਹੋ ਗਈ ਫਿਰ ਤਾਂ ਉਹਦਾ ਵਿਚਾਰ ਦਾ ਹੱਕ ਬਣਦਾ ਆਉਣ ਦਾ। ਸੋ ਇਸ ਕਰਕੇ ਬੜੀਆਂ ਭਾਵਨਾਵਾਂ ਭੜਕਾਈਆਂ। 84 ਦੇ ਵਿੱਚ ਐਸੇ ਧਰਤੀ ਦੇ ਉੱਤੇ ਬੰਦਾ ਜਿਹੜੇ ਆਉਂਦਾ ਸੀ ਲਹੂ ਦੇ ਹੰਝੂ ਡਿੱਗਦੇ ਸੀ। ਜਿਹੜੀ ਆਪਾਂ ਕਮੇਟੀ ਜੱਜਾਂ ਦੀ ਜਾਂ ਰਾਏ ਲੈਣੀ ਹੈ ਜਿਹੜੀ ਉਹਨਾਂ ਦੀ ਉਹਦੀ ਜਿਵੇਂ ਦੀ ਉਹਨਾਂ ਨੇ ਕਹਿਤਾ ਧਰਨੇ ਨਾਮ ਦਾ ਕੋਲੇ ਪਾ ਕੇ ਉਹਨਾਂ ਦੀ ਕਰਦਾ ਜਿਹੜਾ ਦਸਤਖਤ ਅਸੀਂ ਉਹਨਾਂ ਕੋਲੋਂ ਰਾਇ ਲੈਣੀ ਆ। ਬਾਕੀ ਰਾਇ ਤੋਂ ਬਾਅਦ ਅਸੀਂ ਉਹਨਾਂ ਦਾ ਇਹ ਨਹੀਂ ਵੀ ਉਹ ਜਿਹੜਾ ਜੋ ਉਹ ਕਹਿਣ ਉਹ ਆਪਾਂ ਲਾਗੂ ਕਰ ਦਿਆਂਗੇ। ਰਾਇ ਤਾਂ ਤੁਸੀਂ ਵੀ ਮੈਨੂੰ ਦੇ ਦਿਓ ਕੰਨ 'ਚ। ਭਾਈ ਚਰਨਜੀਤ ਸੋਹਣੇ ਬੈਠੇ ਆ, ਅੰਮ੍ਰਿਤਪਾਲ ਬੈਠਾ, ਤੁਸੀਂ ਵੀ ਰਾਇ ਦਿਓ ਤਾਂ ਤੁਹਾਡੀ ਵੀ ਮੰਨ ਲਊਂਗਾ। ਇਹਦੇ ਬਾਰੇ ਹਾਲੇ ਮੈਂ ਕਿਉਂਕਿ ਸਾਡਾ ਜੋ ਅੱਜ ਫੈਸਲਾ ਹੋਇਆ ਸਾਨੂੰ ਸੁਣਾਤਾ, ਅਗਲੇ ਫੈਸਲੇ ਮੈਂ ਅਗਾਊ ਨਹੀਂ ਕੋਈ ਵੀ ਆਪਣੇ ਮੂੰਹੋਂ ਕਹਿਣੇ, ਇਦਾਂ ਹੀ ਬੈਠ ਕੇ ਵਿਚਾਰ ਕਰਕੇ ਸਾਰੇ ਉਹਨਾਂ ਦੇ ਉਹ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਇਹ ਅਸੀਂ ਥੋੜੇ ਦਿਨਾਂ ਦੇ ਵਿੱਚ ਇੱਕ ਸਿਸਟਮ ਬਣਾ ਕੇ ਉਹਦੀ ਸ਼ੁਰੂਆਤ ਕਰਾਂਗੇ ਕਿਸੇ ਚੰਗੇ ਥਾਂ ਤੋਂ। ਧਰਮ ਪਰਿਵਰਤਨ ਦੇ ਮਾਮਲੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਨਜ਼ਰ ਆ ਰਹੇ ਨੇ। ਤੁਹਾਡੇ ਵੱਲੋਂ ਧਰਮ ਪ੍ਰਚਾਰ ਕਮੇਟੀ ਦੀ ਲਹਿਰ ਵੀ ਚਲਾਈ ਗਈ ਸੀ, ਲੱਗਦਾ ਨਹੀਂ ਉਸ ਦੇ ਵਿੱਚ ਕਿਤੇ ਕਮੀ ਜਾਪਦੀ ਹੈ? ਨਹੀਂ, ਕੋਈ ਕਮੀ ਨਹੀਂ ਜਾਚਦੀ, ਕੋਈ ਕਮੀ ਨਹੀਂ ਇਹਦੇ ਵਿੱਚ ਹੈਗੀ। ਸਾਡੇ ਜਿਹੜੇ ਆਪਣੇ ਪ੍ਰਚਾਰਕ ਆ ਉਹ ਆਪਣਾ ਕਰ ਰਹੇ ਸਾਰਾ ਕੁਝ। ਕਈ ਵਾਰੀ ਸਾਡੀ ਇਹ ਵੀ ਮੈਂ ਕਹਿ ਲਵਾਂ ਬਦਕਿਸਮਤੀ ਆ ਵੀ ਗੱਲ ਥੋੜੀ ਹੁੰਦੀ, ਉਹਨੂੰ ਕਈ ਵਾਰੀ ਹਾਈਲਾਈਟ ਜ਼ਿਆਦਾ ਕਰਦੇ ਨੇ। ਪਿੰਡਾਂ ਦੇ ਲੋਕ ਕਈ ਵਾਰੀ ਇਗਨੋਰੈਂਸ ਬਸ ਮਾਨਸਿਕ ਤੌਰ ਤੇ ਪੀੜਾ ਦੇ ਵਿੱਚ ਆ, ਕੋਈ ਆਰਥਿਕ ਤੌਰ ਤੇ ਇਫੈਕਟ ਆ, ਕੋਈ ਹੋਰ ਕਈ ਕਾਰਨ ਆ, ਉਹਨਾਂ ਕਾਰਨਾਂ ਕਰਕੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਦੀਆਂ ਸੈਂਕੜਿਆਂ ਦੇ ਵਿੱਚ ਵਾਪਸੀ ਕਰਾ ਚੁੱਕੀ ਆ। ਮੈਂ ਇਸ ਫੰਕਸ਼ਨ 'ਚ ਨਹੀਂ ਪੈਂਦਾ, ਉਹ ਕਿਉਂਕਿ ਆ ਕੇ ਸਿਆਸੀ ਰੋਟੀਆਂ ਸੇਕਦੇ ਵੀ ਇੱਕ ਦਰਜਨ ਕਰਤੇ। ਅਸੀਂ ਪਿੱਛੇ ਜੂਨ ਦੀਆਂ ਛੁੱਟੀਆਂ ਦੇ ਵਿੱਚ 50 ਪਿੰਡਾਂ ਦੇ ਵਿੱਚ ਜਿਹੜੇ ਸਾਡੇ ਮਿਸ਼ਨਰੀ ਕਾਲਜ ਦੇ ਬੱਚੇ ਗਏ ਉਹਨੇ 50 ਪਿੰਡਾਂ ਦੀਆਂ ਵਾਪਸ ਕਰਾਈਆਂ। ਅਸੀਂ ਕੋਈ ਸੀਟ ਨਹੀਂ ਲੈਣੀ, ਅਸੀਂ ਤਾਂ ਵਰਕ ਕਰਨਾ। ਤੇ ਜੇ ਆਪਾਂ ਇਹੋ ਜਿਹਾ ਵੀ ਫੋਟੋ ਲਾ ਕੇ ਕੰਮ ਕਰਨਾ ਤੇ ਕਿਸੇ ਨੂੰ ਦੂਜਾ ਕੰਮ ਦਿਖਾਉਣਾ, ਇਹ ਗੱਲ ਠੀਕ ਨਹੀਂ। ਉਹ ਹੋਇਆ ਕੀ ਆ, ਹੋਇਆ ਤਾਂ ਇਸ ਕਰਕੇ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਮਿਸ਼ਨ ਚੱਲਦਾ ਦਿੱਲੀ, ਉੱਥੇ ਅਸੀਂ ਆਪਣਾ ਯੋਗਦਾਨ ਪਾਉਂਦੇ ਆ। 25 ਤਰੀਕ ਨੂੰ ਫੇਰ ਵੱਡਾ ਅੰਮ੍ਰਿਤ ਸੰਚਾਰ ਆ, ਅਸੀਂ ਤਾਂ ਉੱਥੇ ਇਹਨੇ ਦਾ ਕੰਮ ਕਰ ਰਹੇ ਹਾਂ। ਕੋਈ ਦੁਖਦਾਈ ਨਹੀਂ ਗੱਲ ਕਰ ਰਹੇ, ਪਰ ਇਹ ਲਾ ਕੇ ਨਹੀਂ ਗੱਲ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ